बहुत ही प्यारे बच्चों, ਅੱਜ ਆਪਾਂ ਇਲੈਕਟਿਵ ਪੰਜਾਬੀ ਦੇ ਵਿੱਚ ਜੋ ਪੁਸਤਕ ਹੈ ਆਧੁਨਿਕ ਪੰਜਾਬੀ ਕਾਵਿ ਝਲਕਾਂ ਦੇ ਇਤਿਹਾਸ, ਉਸ ਵਿੱਚ ਦਰਜ ਪ੍ਰੋਫੈਸਰ ਮੋਹਨ ਸਿੰਘ ਜੀ ਦੀ ਕਵਿਤਾ ਸਿਪਾਹੀ ਦਾ ਦਿਲ ਪੜ੍ਹਾਂਗੇ। ਠੀਕ ਹੈ ਬੱਚਿਓ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਪ੍ਰੋਫੈਸਰ ਮੋਹਨ ਸਿੰਘ ਜੀ ਬਾਰੇ ਜ਼ਰੂਰ ਦੱਸਾਂਗੀ ਕਿਉਂਕਿ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ ਆਪਾਂ ਨੂੰ। ਪ੍ਰੋਫੈਸਰ ਮੋਹਨ ਸਿੰਘ ਜੀ ਦਾ ਜਨਮ ਪਿੰਡ ਮਰਦਾਨ ਵਿਖੇ ਡਾਕਟਰ ਜੋਧ ਸਿੰਘ ਜੀ ਦੇ ਘਰ ਹੋਇਆ। ਆਪ ਦਾ ਜੱਦੀ ਪਿੰਡ ਧਮਿਆਲ ਜ਼ਿਲ੍ਹਾ ਰਾਵਲਪਿੰਡੀ ਵਿੱਚ ਸੀ। ਆਪ ਨੇ MA MOL ਤੱਕ ਵਿੱਦਿਆ ਪ੍ਰਾਪਤ ਕਰਕੇ ਕਈ ਕਿੱਤੇ ਅਪਣਾਏ। ਆਪ ਖਾਲਸਾ ਕਾਲਜ ਅੰਮ੍ਰਿਤਸਰ, ਸਿੱਖ ਨੈਸ਼ਨਲ ਕਾਲਜ ਲਾਹੌਰ ਅਤੇ ਖਾਲਸਾ ਕਾਲਜ ਪਟਿਆਲਾ ਵਿੱਚ ਪ੍ਰੋਫੈਸਰ ਲੱਗੇ ਰਹੇ। ਆਪ ਨੇ ਪੰਜ ਦਰਿਆ ਨਾਂ ਦਾ ਮਾਸਿਕ ਪੱਤਰ ਵੀ ਜਾਰੀ ਕੀਤਾ। ਆਪਣੇ ਅੰਤਲੇ ਸਾਲਾਂ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ ਪ੍ਰੋਫੈਸਰ ਦੇ ਅਹੁਦੇ ਉੱਤੇ ਬਿਰਾਜਮਾਨ ਰਹੇ। ਪ੍ਰੋਫੈਸਰ ਮੋਹਨ ਸਿੰਘ ਨੇ ਆਪਣਾ ਕਾਵਿ ਸਫ਼ਰ ਇੱਕ ਰਵਾਇਤੀ ਰੋਮਾਂਸਵਾਦੀ ਕਵੀ ਦੇ ਤੌਰ 'ਤੇ ਸ਼ੁਰੂ ਕੀਤਾ। ਸਾਵੇਂ ਪੱਤਰ ਵਿੱਚ ਆਪ ਨੇ ਰਵਾਇਤੀ ਵਿਸ਼ਿਆਂ ਦੇ ਨਾਲ ਨਾਲ ਰੋਮਾਂਚਿਕ ਅਤੇ ਪ੍ਰਗਤੀਵਾਦੀ ਭਾਵਾਂ ਦੀ ਕਵਿਤਾ ਲਿਖੀ। ਆਪ ਨੇ ਲੋਕ ਪੀੜਾ ਅਤੇ ਲੋਕ ਪਿਆਰ ਨੂੰ ਵੀ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਇਆ। ਪ੍ਰੋਫੈਸਰ ਮੋਹਨ ਸਿੰਘ ਦੀ ਕਾਵਿ ਕਲਾ ਦਾ ਵੱਡਾ ਗੁਣ ਉਹਨਾਂ ਦੀ ਲਾਸਾਨੀ ਕਲਾ ਕੌਸ਼ਲਤਾ ਹੈ। ਸ਼ਬਦ ਚੋਣ ਬੜੀ ਸੁਚੱਜੀ ਅਤੇ ਢੁਕਵੀਂ ਹੈ। ਆਪ ਔਖੇ ਤੋਂ ਔਖੇ ਵਿਚਾਰ ਅਤੇ ਸੂਖਮ ਜਜ਼ਬੇ ਨੂੰ ਸਹਿਜ, ਸਪਸ਼ਟ ਅਤੇ ਸਰਲ ਢੰਗ ਨਾਲ ਪੇਸ਼ ਕਰਨ ਵਿੱਚ ਮਹਾਰਤ ਰੱਖਣ ਵਾਲੇ ਕਵੀ ਸਨ। ਹਥਲੇ ਕਾਵਿ ਸੰਗ੍ਰਹਿ ਵਿੱਚ ਆਪ ਦੀਆਂ ਕਵਿਤਾਵਾਂ ਵਿੱਚੋਂ ਸਿਪਾਹੀ ਦਾ ਦਿਲ ਕਵਿਤਾ ਸ਼ਾਮਲ ਕੀਤੀ ਗਈ ਹੈ। ਇਸ ਵਿੱਚ ਪੰਜਾਬੀਆਂ ਦਾ ਦੇਸ਼ ਪਿਆਰ, ਬਹਾਦਰੀ ਅਤੇ ਆਨੰਦਮਈ ਜੀਵਨ ਜਿਉਣ ਦਾ ਜਜ਼ਬਾ ਪ੍ਰਗਟ ਕੀਤਾ ਹੈ। ਬੱਚੋ, ਪ੍ਰਸੰਗ ਆਪਾਂ ਕਿੱਦਾਂ ਲਿਖਾਂਗੇ ਕਿ ਇਹ ਕਾਵਿ ਟੋਟਾ ਆਧੁਨਿਕ ਪੰਜਾਬੀ ਕਾਵਿ ਝਲਕਾਂ ਅਤੇ ਇਤਿਹਾਸ ਪੁਸਤਕ ਵਿੱਚ ਦਰਜ ਪ੍ਰੋਫੈਸਰ ਮੋਹਨ ਸਿੰਘ ਜੀ ਦੀ ਕਵਿਤਾ ਸਿਪਾਹੀ ਦਾ ਦਿਲ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਜੰਗ ਵਿੱਚ ਜਾ ਰਹੇ ਇੱਕ ਪੰਜਾਬੀ ਸਿਪਾਹੀ ਦੀ ਦੇਸ਼ ਭਗਤੀ, ਬਹਾਦਰੀ, ਨਿਡਰਤਾ ਅਤੇ ਕੁਰਬਾਨੀ ਦੀ ਭਾਵਨਾ ਨੂੰ ਪੇਸ਼ ਕੀਤਾ ਹੈ। ਸੋ ਆਪਾਂ ਪੜ੍ਹਨਾ ਸ਼ੁਰੂ ਕਰਦੇ ਹਾਂ ਬੱਚੋ। ਅਤੇ ਅਸਲ ਦੇ ਵਿੱਚ ਕਵਿਤਾਵਾਂ ਕੋਈ ਵੀ ਗਾਈਆਂ ਜਾਂਦੀਆਂ ਹੁੰਦੀਆਂ ਨੇ, ਪਰ ਆਪਾਂ ਤੁਹਾਨੂੰ ਵਿਆਖਿਆ ਲਈ ਪੜ੍ਹ ਕੇ ਦੱਸਦੇ ਹਾਂ। ਅਤੇ ਇਹ ਵੀ ਬਹੁਤ ਸੋਹਣੀ ਗਾਈ ਜਾਂਦੀ ਹੈ ਬੱਚੋ। ਵਾਂਗਾਂ ਛੱਡ ਦੇ ਹੰਝੂਆਂ ਵਾਲੀਏ ਨੀ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ, ਸਾਡੇ ਦੇਸ਼ 'ਤੇ ਬਣੀ ਹੈ ਪੀੜ ਭਾਰੀ, ਟੁੱਟ ਪਏ ਨੇ ਵੈਰੀ ਪੰਜਾਬ ਉੱਤੇ, ਰੋ ਰੋ ਕੇ ਪਾਣੀ ਨਾ ਫੇਰ ਐਵੇਂ, ਮੇਰੇ ਸੋਹਣੇ ਪੰਜਾਬ ਦੀ ਆਬ ਉੱਤੇ, ਸਰੂ ਵਰਗੀ ਜਵਾਨੀ ਮੈਂ ਫੂਕਣੀ ਏ, ਬਹਿ ਗਏ ਪੂੰਡ ਜਿਹਾ ਗੁਲਾਬ ਉੱਤੇ, ਕਿਹੜੀ ਗੱਲੋਂ ਤੂੰ ਹੌਂਕੇ ਤੇ ਲਏ ਹੌਂਕਾ, ਕਿਹੜੀ ਗੱਲੋਂ ਤੂੰ ਅੱਖਾਂ ਸੁਜਾਈਆਂ ਨੇ, ਲਾਂਘੇ ਪੰਜ ਦਰਿਆਵਾਂ ਦੇ ਸਨ ਥੋੜ੍ਹੇ, ਜੋ ਤੂੰ ਹੋਰ ਦੋ ਨਦੀਆਂ ਚੜ੍ਹਾਈਆਂ ਨੇ। ਇਸ ਤਰ੍ਹਾਂ ਬੱਚੋ ਤੁਸੀਂ ਆਪਣੇ ਅਨੁਸਾਰ ਗਾ ਵੀ ਸਕਦੇ ਹੋ। ਅਤੇ ਹੁਣ ਆਪਾਂ ਵਿਆਖਿਆ ਕਰਦੇ ਹਾਂ। ਵਾਂਗਾਂ ਛੱਡ ਦੇ ਹੰਝੂਆਂ ਵਾਲੀਏ ਨੀ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ, ਸਾਡੇ ਦੇਸ਼ 'ਤੇ ਬਣੀ ਹੈ ਭੀੜ ਭਾਰੀ, ਟੁੱਟ ਪਏ ਨੇ ਵੈਰੀ ਪੰਜਾਬ ਉੱਤੇ, ਰੋ ਰੋ ਕੇ ਪਾਣੀ ਨਾ ਫੇਰ ਐਵੇਂ,
मेरे सोहणे पंजाब दी आब उत्ते सरू वर्गी जवानी मैं फूकणी है। बह गए भूंड जे आके गुलाब उत्ते किहड़ी गल्लों तू हौंके ते लए हौंका किहड़ी गल्लों तू अखां सुजाइयां ने। लांघे 5 दरियावां दे सन थोड़े जो तू होर 2 नदियां चढ़ाइयां ने। सो इस विच जंग विच जा रहा सिपाही विछोड़े कारण रो रही अपनी पत्नी नूं संबोधन करके कहता है कि हे मेरी अथरू भर भर के प्यारी पत्नी तू क्यों रो रही है। तू रो ना मैनू मेरिया घोड़ी दियां जो वांगा ने वांगा मतलब जिन्ना फड़िया हुंदा मैनू वो छड्ड दे ठीक है। मैनू रकाब दे उपर तू पैर रख लैण दे घोड़े उपर सवार होके जंग विच जाण दे। साडे देश उपर बड़ा औखा समा आया है। साडे दुश्मन मेरे प्यारे पंजाब नूं हड़प करन लई टुट पए हन। तू इस तरह रो रो के पंजाब दी सोहणी शान नूं खराब ना कर। पंजाबीआ दा काम ही देश दी राखी खातर मर मिटना है ठीक है ना। जेकर मेरे देश रूपी गुलाब उपर वैरियां दे भूंड ने हमला कर दिता ते मैं उन्हां वैरियां दी राखी नहीं कर सकदा तां मैं अपनी सरू वर्गी अहल जवानी नूं की करना है। तू दस ਐਵੇਂ क्यों हौंके ते हौंका लै रही है। क्यों मेरे नाल नाराज़ हो के अथरू वहा वहा के अखां सुजा लईਆਂ ਹਨ। ਉਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਪਹਿਲਾਂ ਹੀ 5 ਦਰਿਆ ਨੇ ਜੋ ਮੈਂ ਪਾਰ ਕਰਨੇ ਨੇ ਵੀ ਤੂੰ 2 ਦਰਿਆ ਜੋ ਤੇਰੇ ਅਥਰੂਆਂ ਦੀਆਂ ਨਦੀਆਂ ਨੇ ਉਹ ਨਾ ਵਹਾ ਵੀ ਜਿਨ੍ਹਾਂ ਨੂੰ ਪਾਰ ਕਰਨਾ ਮੈਨੂੰ ਔਖਾ ਹੋ ਜਾਏ। ਫੂਹੀ ਫੂਹੀ ਨੂੰ ਸਹਿਕਦੇ ਵੀਰ ਮੇਰੇ ਕੀ ਕਰਾਂ ਮੈਂ ਦੁੱਧਾਂ ਛੁਹਾਰਿਆਂ ਨੂੰ। ਸਾਥੀ ਤੜਫਦੇ ਪਏ ਨੇ ਖਾਕ ਅੰਦਰ ਪੱਛੀ ਲਾਵਾਂ ਮੈਂ ਮਹਿਲਾਂ ਚੁਬਾਰਿਆਂ ਨੂੰ। ਫੌਜੀ ਵਾਜਿਆ ਆਣ ਘਨਘੋਰ ਪਾਈ ਲੱਗ ਗਿਆ ਏ ਡੱਗਾ ਨਗਾਰਿਆਂ ਨੂੰ। ਮੇਰੇ ਘੋੜੇ ਵੀ ਚੁੱਕ ਲਵੇ ਕੰਨ ਦੋਵੇਂ ਦੇਖ ਐਦਿਆਂ ਖੁਰਾਂ ਫੰਕਾਰਿਆਂ ਨੂੰ। ਡੌਲੇ ਫਰਕਦੇ ਪਏ ਨੇ ਅੱਜ ਮੇਰੇ ਜੋਸ਼ ਨਾਲ ਪਈ ਕੰਬਦੀ ਜਾਨ ਮੇਰੀ। ਜਿੱਬਾ ਕੱਢਦੇ ਪਏ ਨੇ ਤੀਰ ਗਿੱਟ ਗਿੱਟ ਪਈ ਆਕੜਾਂ ਭੰਨਦੀ ਕਮਾਨ ਮੇਰੀ। ਤਾਂ ਫਿਰ ਕਹਿੰਦੇ ਨੇ ਕਿ ਮੈਂ ਇੱਥੇ ਦੁੱਧ ਦੇ ਛੁਆਰੇ ਆਦਿ ਸੁਆਦਲੇ ਪਦਾਰਥ ਖਾ ਕੇ ਕੀ ਕਰਾਂ ਜਦ ਕਿ ਮੇਰੇ ਜੰਗ ਵਿੱਚ ਗਏ ਵੀਰ ਦੇਸ਼ ਦੀ ਮਿੱਟੀ ਦੀ ਇੱਕ ਇੱਕ ਕਣੀ ਦੀ ਰਾਖੀ ਲਈ ਤੜਫ ਰਹੇ ਹਨ। ਜਦੋਂ ਜੰਗ ਵਿੱਚ ਲੜ ਰਹੇ ਮੇਰੇ ਸਾਥੀ ਮਰ ਮਰ ਕੇ ਮਿੱਟੀ ਵਿੱਚ ਰੁਲ ਰਹੇ ਹਨ ਤਾਂ ਕੀ ਮੈਂ ਇਹਨਾਂ ਮੈਲ ਮਾਰੀਆਂ ਚੁਬਾਰਿਆਂ ਨੂੰ ਕੀ ਅੱਗ ਲਾਉਣੀ ਹੈ। ਅਰਥਾਤ ਜਦੋਂ ਮੇਰੇ ਸਾਥੀ ਜੰਗ ਵਿੱਚ ਮਰ ਰਹੇ ਹਨ ਤਾਂ ਮੈਂ ਸੁੱਖ ਆਰਾਮ ਦਾ ਜੀਵਨ ਬਤੀਤ ਕਿਵੇਂ ਕਰ ਸਕਦਾ ਹਾਂ। ਦੇਖ ਫੌਜੀ ਵਾਜੇ ਬੱਦਲਾਂ ਵਾਂਗ ਵੱਜ ਰਹੇ ਹਨ ਜੰਗ ਦੇ ਨਗਾਰਿਆਂ ਤੇ ਡੱਗੇ ਵੱਜ ਰਹੇ ਹਨ। ਮੇਰੇ ਘੋੜੇ ਨੂੰ ਵੀ ਇਸ ਜੰਗ ਬਾਰੇ ਸਭ ਕੁਝ ਪਤਾ ਲੱਗ ਰਿਹਾ ਹੈ ਤੇ ਮੇਰੇ ਅੰਦਰ ਵੀ ਆਪਣੇ ਦੇਸ਼ ਲਈ ਲੜਨ ਦੀ ਇੱਛਾ ਜਾਗ ਰਹੀ ਹੈ। ਮਤਲਬ ਮੇਰੇ ਡੌਲੇ ਫਰਕ ਰਹੇ ਹਨ। ਮੇਰੇ ਭੱਥੇ ਵਿਚਲੇ ਤੀਰ ਕਿੱਠ ਕਿੱਠ ਜੀਭਾਂ ਕੱਢ ਕੇ ਦੁਸ਼ਮਣਾਂ ਨੂੰ ਮਾਰਨ ਲਈ ਗੁੱਸੇ ਵਿੱਚ ਆ ਰਹੇ ਹਨ ਤੇ ਮੇਰੀ ਕਮਾਨ ਵੀ ਆਕੜਾ ਭੰਨਦੀ ਹੋਈ ਦੁਸ਼ਮਣਾਂ ਉੱਪਰ ਤੀਰ ਦੀ ਵਰਖਾ ਕਰਨ ਦੇ ਵਾਸਤੇ ਤਤਪਰ ਹੈ। ਫਿਰ ਉਸ ਤੋਂ ਬਾਅਦ ਵਿੱਚ ਰੰਗ ਦੇ ਮਸਤ ਮਲੰਗ ਹੋ ਕੇ ਲਾਈਆਂ ਤਾਰੀਆਂ ਅਸਾਂ ਝਨਾ ਅੰਦਰ ਵਿੱਚ ਜੰਗ ਦੇ ਤਲੀ ਤੇ ਜਾਨ ਧਰ ਕੇ ਲੜੀਏ ਅਸੀਂ ਤਲਵਾਰ ਦੀ ਛਾਂ ਅੰਦਰ ਵਿੱਚ ਰੰਗ ਦੇ ਛਿੰਜਾਂ ਤੇ ਘੋਲ ਕਰੀਏ ਢੋਲੇ ਗਾਈਏ ਹਲਾਂ ਤੇ ਗਾਹ ਅੰਦਰ ਵਿੱਚ ਜੰਗ ਦੇ ਖੂਨ ਦੀ ਲਾਹ ਮਹਿੰਦੀ ਪਾਈਏ ਬਾਂਹ ਤਲਵਾਰ ਦੀ ਬਾਂਹ ਅੰਦਰ। ਅਸੀਂ 5 ਦਰਿਆਵਾਂ ਦੇ ਸ਼ੇਰ ਦੁੱਲੇ ਦੋਹਾਂ ਦੇਵੀਆਂ ਨੂੰ ਨਮਸਕਾਰ ਸਾਡੀ ਵਿੱਚ ਰੰਗ ਦੇ ਦੇਵੀ ਹੈ ਨਾਰ ਸਾਡੀ ਵਿੱਚ ਜੰਗ ਦੇ ਦੇਵੀ ਕਟਾਰ ਸਾਡੀ। ਉਹ ਕਹਿੰਦੇ ਨੇ ਕਿ ਅਮਨ ਦੇ ਦਿਨਾਂ ਵਿੱਚ ਅਸੀਂ ਝਨਾ ਦਰਿਆ ਵਿੱਚ ਤਾਰੀਆਂ ਮਾਰਦੇ ਹਾਂ ਤੇ ਪ੍ਰੀਤਾਂ ਨੂੰ ਪਾਲਦੇ ਹਾਂ ਪਰ ਜਦੋਂ ਵੈਰੀ ਕੋਈ ਦੇਸ਼ ਉੱਤੇ ਹਮਲਾ ਕਰਦਾ ਹੈ ਤਾਂ ਅਸੀਂ ਤਲਵਾਰਾਂ ਦੀ ਭਿਆਨਕ ਲੜਾਈ ਵਿੱਚ ਕੁੱਦ ਪੈਂਦੇ ਹਾਂ ਅਤੇ ਜਾਨ ਤਲੀ ਉੱਪਰ ਰੱਖ ਕੇ ਲੜਦੇ ਹਾਂ। ਅਮਨ ਅਤੇ ਸ਼ਾਂਤੀ ਦੇ ਦਿਨਾਂ ਵਿੱਚ ਅਸੀਂ ਘੁਲਦੇ ਹਾਂ ਤੇ ਛਿੰਜਾਂ ਪਾਉਂਦੇ ਹਾਂ। ਇਸ ਸਮੇਂ ਅਸੀਂ ਹਲ ਵਾਉਂਦੇ ਤੇ ਪੇੜਾਂ ਵਿੱਚ ਗਾਹ ਪਾਉਂਦੇ ਮਾਈਏ ਢੋਲੇ ਗਾਉਂਦੇ ਹਾਂ। ਪਰ ਜਦੋਂ ਸਾਡੇ ਦੇਸ਼ ਦੇ ਦੁਸ਼ਮਣ ਵੈਰੀ ਨੇ ਹਮਲਾ ਕਰਤਾ ਜੰਗ ਸ਼ੁਰੂ ਹੋ ਗਈ ਤਾਂ ਅਸੀਂ ਹੱਥਾਂ ਉੱਤੇ ਖੂਨ ਦੀ ਮਹਿੰਦੀ ਲਾ ਕੇ ਤਲਵਾਰਾਂ ਦਾ ਆਮੋ ਸਾਹਮਣੇ ਲੜਾਈ ਕਰਦੇ ਹਾਂ। ਅਸੀਂ 5 ਦਰਿਆਵਾਂ ਦੇ ਦੇਸ਼ ਪੰਜਾਬ ਦੇ ਦੁੱਲੇ ਸ਼ੇਰ ਹਾਂ। ਅਸੀਂ ਦੋਹਾਂ ਦੇਵੀਆਂ ਨਾਰੀ ਤੇ ਤਲਵਾਰ ਨੂੰ ਨਮਸਕਾਰ ਕਰਦੇ ਹਾਂ। ਅਮਨ ਤੇ ਖੁਸ਼ੀ ਦੇ ਸਮਿਆਂ ਵਿੱਚ ਇਸਤਰੀ ਨੂੰ ਦੇਵੀ ਸਮਝ ਕੇ ਉਸ ਦੀ ਪੂਜਾ ਕਰਦੇ ਹਾਂ ਪਰ ਜਦੋਂ ਜੰਗ ਦੇ ਦਿਨਾਂ ਵਿੱਚ ਅਸੀਂ ਕਟਾਰ ਨੂੰ ਦੇਵੀ ਸਮਝ ਕੇ ਮਤਲਬ ਤਲਵਾਰ ਨੂੰ
ਉਸ ਦੀ ਪੂਜਾ ਕਰਦੇ ਹਾਂ, ਅਰਥਾਤ ਹਥਿਆਰਾਂ ਦੀ ਵਰਤੋਂ ਨਾਲ ਆਪਣੇ ਦੁਸ਼ਮਣਾਂ ਨੂੰ ਮਾਰਦੇ ਹਾਂ। ਮਤਲਬ ਕਟਾਰ ਦਾ ਮਤਲਬ ਕੀ ਹੁੰਦਾ ਬੱਚਿਓ? ਦੁਧਾਰਾ ਛੋਟਾ ਹਥਿਆਰ ਹੁੰਦਾ ਹੈ। ਨਾਰ ਇਸਤਰੀ ਨੂੰ ਕਿਹਾ ਗਿਆ, ਠੀਕ ਹੈ। ਫਿਰ ਉਸ ਤੋਂ ਬਾਅਦ ਆ ਗਿਆ, ਵਿੱਚ ਜੰਗ ਦੇ ਭਾਵੇਂ ਮੈਂ ਚੱਲਿਆ ਹਾਂ, ਤਾਂ ਵੀ ਰੱਖ ਸਾਂ ਤੇਰਾ ਮੈਂ ਖਿਆਲ ਪਿਆਰੀ। ਬੁੰਦੇ ਸਮਝ ਕੇ ਤੇਰੇ ਮੈਂ ਛਰਿਆਂ ਨੂੰ, ਲਾਸਾਂ ਘੁੱਟ ਕਲੇਜੇ ਦੇ ਨਾਲ ਪਿਆਰੀ। ਧੂੰਆਂ ਵੇਖ ਕੇ ਤੋਪਾਂ 'ਚੋਂ ਵਲ ਖਾਂਦਾ, ਤੇਰੇ ਸਮਝ ਸਾਂ ਘੁੰਗਰੂ ਵਾਲ ਪਿਆਰੀ। ਤੇਰੀ ਪਲਕਾਂ ਦੀ ਯਾਦ ਵਿੱਚ ਤੀਰ ਖਾਸਾਂ, ਹਾਥੀ ਵੇਖ ਚਿਤਾਰ ਸਾਂ ਚਾਲ ਪਿਆਰੀ। ਜੇ ਮੈਂ ਜਿਉਂਦਾ ਜਾਗਦਾ ਪਰਤ ਆਇਆ, ਰੱਖ ਸਾਈਂ ਦੀ ਮੈਨੂੰ ਬੁਲਾ ਛੱਡੀ। ਨਹੀਂ ਤਾਂ ਪੁੱਤ ਜਦ ਮੇਰਾ ਜਵਾਨ ਹੋਇਆ, ਤੇਗ ਉਸ ਨੂੰ ਮੇਰੀ ਫੜਾ ਛੱਡੀ। ਦੇਖੋ ਬੱਚੋ ਕਿੰਨਾ ਵਾਕਈ ਜੋ ਲੜਾਈਆਂ ਕਰਦੇ ਨੇ ਦੇਸ਼ ਲਈ ਵਾਕਈ ਬਹੁਤ ਬਹੁਤ ਮਹਾਨ ਹੁੰਦੇ ਨੇ। ਆਪਾਂ ਇੱਕ ਦਿਨ ਆਪਣਾ ਪਰਿਵਾਰ ਨਹੀਂ ਛੱਡ ਸਕਦੇ, ਪਰ ਉਹ ਦੇਖੋ ਨਾ ਅੰਦਰ ਵੀ ਚਾਅ ਹੁੰਦੇ ਨੇ, ਪਰ ਉਹ ਛੱਡ ਕੇ ਜਾਂਦੇ ਨੇ। ਬੱਚੋ ਰੱਖ ਸਾਂ ਕਿਹਨਾਂ ਨੂੰ ਕਿਹਾ ਉਹਨਾਂ ਨੇ? ਰੱਖਾਂਗਾ, ਲਾਸਾਂ ਲਾਵਾਂਗਾ, ਸਮਝ ਸਾਂ ਸਮਝਾਂਗਾ, ਘੁੰਗਰੇ ਘੁੰਗਰਾਲੇ ਖਾਸਾਂ ਖਾਵਾਂਗਾ, ਚਿਤਰਾਸਾਂ ਚੇਤੇ ਕਰਾਂਗਾ। ਰੱਖ ਸਾਈਂ ਦੀ ਮਤਲਬ ਰੱਬ ਦੀ ਰਖਵਾਲੀ, ਠੀਕ ਹੈ, ਰੱਬ ਰਖਵਾਲੀ ਕਰਦਾ ਹੈ। ਤੇਗ ਤਲਵਾਰ ਕੀ ਕਹਿੰਦੇ ਨੇ ਕਿ ਆਪਣੇ ਦੇਸ਼ ਉੱਪਰ ਹੋਏ ਵੈਰੀਆਂ ਦੇ ਹਮਲੇ ਦੇ ਮੂੰਹ ਭੰਨਣ ਲਈ ਜੰਗ ਵਿੱਚ ਜਾਣ ਲਈ ਤਿਆਰ ਹੋਇਆ ਸਿਪਾਹੀ ਵਿਛੋੜੇ ਵਿੱਚ ਰੋ ਰਹੀ ਪਤਨੀ ਨੂੰ ਹੌਸਲਾ ਦਿੰਦਾ ਹੋਇਆ ਕਹਿੰਦਾ ਹੈ ਕਿ ਹੇ ਪਿਆਰੀ, ਭਾਵੇਂ ਮੈਂ ਜੰਗ ਵਿੱਚ ਜਾ ਰਿਹਾ ਹਾਂ, ਪਰ ਫਿਰ ਵੀ ਮੈਂ ਹਰ ਵੇਲੇ ਤੇਰਾ ਖਿਆਲ ਰੱਖਾਂਗਾ। ਬੰਦੂਕਾਂ ਦੇ ਛਰਿਆਂ ਨੂੰ ਮੈਂ ਤੇਰੇ ਕੰਨਾਂ ਦੇ ਬੁੰਦੇ ਸਮਝ ਕੇ ਘੁੱਟ ਕਲੇਜੇ ਨਾਲ ਲਾਵਾਂਗਾ। ਮੈਂ ਗੋਲੇ ਚੱਲੀ ਤੋਪ ਦੇ ਮੂੰਹ ਵਿੱਚੋਂ ਨਿਕਲਦਾ ਪੇਚ ਖਾਂਦਾ ਧੂੰਆਂ ਦੇਖ ਕੇ ਤੇਰੇ ਘੁੰਗਰਾਲੇ ਵਾਲ ਹੀ ਉਹਨਾਂ ਨੂੰ ਸਮਝਾਂਗਾ। ਮੈਂ ਤੇਰੀਆਂ ਸੁੰਦਰ ਪਲਕਾਂ ਦੀ ਯਾਦ ਵਿੱਚ ਤੀਰ ਖਾਮਦਾ, ਅਰਥਾਤ ਜਦੋਂ ਮੇਰੀ ਹਿੱਕ ਵਿੱਚ ਵੈਰੀ ਨੇ ਤੀਰ ਮਾਰਿਆ ਤਾਂ ਮੈਂ ਸਮਝਾਂਗਾ ਕਿ ਤੇਰੇ ਸੁੰਦਰ ਪਲਕਾਂ ਦੇ ਤੀਰਾਂ ਨਾਲ ਘਾਇਲ ਹਾਂ। ਜੰਗ ਵਿੱਚ ਮਸਤ ਹਾਥੀਆਂ ਨੂੰ ਵੇਖ ਕੇ ਮੈਂ ਤੇਰੀ ਮਸਤਾਨੀ ਤੋਰ ਯਾਦ ਰੱਖਾਂਗਾ। ਹੇ ਪਿਆਰੀ, ਜੇ ਮੈਂ ਲੜਾਈ ਵਿੱਚੋਂ ਜਿਉਂਦਾ ਜਾਗਦਾ ਵਾਪਸ ਆ ਗਿਆ ਤਾਂ ਤੂੰ ਮੈਨੂੰ ਰੱਖ ਸਾਈਂ ਦੀ ਬੁਲਾ ਦੇਵੀਂ, ਅਰਥਾਤ ਇਹ ਸਮਝੀ ਕਿ ਮੈਨੂੰ ਰੱਖਣ ਵਾਲਾ ਰੱਬ ਹੈ। ਪਰੰਤੂ ਜੇਕਰ ਮੈਂ ਜਿਉਂਦਾ ਜਾਗਦਾ ਨਾ ਪਰਤ ਸਕਿਆ ਅਤੇ ਜੰਗ ਵਿੱਚ ਸ਼ਹੀਦ ਹੋ ਗਿਆ ਤਾਂ ਮੇਰੀ ਕੁਰਬਾਨੀ ਦੀ ਲੀਹ ਨੂੰ ਕਾਇਮ ਰੱਖਣ ਲਈ ਜਦੋਂ ਮੇਰਾ ਪੁੱਤਰ ਜਵਾਨ ਹੋਵੇਗਾ, ਮੇਰੀ ਤਲਵਾਰ ਉਸਦੇ ਹੱਥ ਵਿੱਚ ਫੜਾ ਕੇ ਉਸ ਨੂੰ ਦੇਸ਼ ਦੀ ਰਾਖੀ ਲਈ ਤੋਰ ਦੇਵੀਂ। ਬੱਚਿਓ ਆਪਾਂ ਦੇਖਦੇ ਹਾਂ ਜੋ ਆਪਣੇ ਦੇਸ਼ ਨੂੰ ਪਿਆਰ ਕਰਦੇ ਨੇ, ਫੌਜੀ ਭਰਾ ਹੁੰਦੇ ਨੇ, ਤਾਂ ਉਹ ਆਪਣੇ ਬੱਚਿਆਂ ਨੂੰ ਵੀ ਫੌਜ ਅੰਦਰ ਹੀ ਭੇਜਦੇ ਨੇ। ਅਤੇ ਜੋ ਇਸ ਦੀ ਵਿਆਖਿਆ ਕੀਤੀ ਹੈ ਉਹੀ ਇਸ ਦਾ ਕੇਂਦਰੀ ਭਾਵ ਆ ਬੱਚਿਓ, ਪਰ ਫਿਰ ਵੀ ਥੋੜ੍ਹਾ ਜਿਹਾ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਜੰਗ ਵਿੱਚ ਜਾ ਰਿਹਾ ਪੰਜਾਬੀ ਸਿਪਾਹੀ ਆਪਣੇ ਸਾਰੇ ਸੁੱਖ ਕੁਰਬਾਨ ਕਰਕੇ ਵੈਰੀਆਂ ਦਾ ਮੂੰਹ ਭੰਨਣ ਲਈ ਤਿਆਰ ਹੋ ਜਾਂਦਾ ਹੈ। ਪੰਜਾਬ ਦਾ ਸਿਪਾਹੀ ਅਮਨ ਅਤੇ ਸ਼ਾਂਤੀ ਵਿੱਚ ਨਾਰੀ ਦੀ, ਪਰ ਜੰਗ ਵਿੱਚ ਕਟਾਰ ਦੀ ਪੂਜਾ ਕਰਦਾ ਹੈ। ਉਹ ਜੰਗ ਵਿੱਚ ਮਰਨ ਤੋਂ ਨਹੀਂ ਡਰਦਾ, ਸਗੋਂ ਇਹ ਇੱਛਾ ਕਰਦਾ ਹੈ ਕਿ ਉਸ ਦੇ ਮਰਨ ਤੋਂ ਮਗਰੋਂ ਉਸ ਦਾ ਪੁੱਤਰ ਵੀ ਦੇਸ਼ ਲਈ ਕੁਰਬਾਨੀ ਦੇਣ ਲਈ ਨਿੱਤਰ ਪਵੇ। ਅਤੇ ਹੁਣ ਆਪਾਂ ਪ੍ਰਸ਼ਨ ਉੱਤਰ ਕਰਦੇ ਹਾਂ ਬੱਚਿਓ ਕਿ ਸਿਪਾਹੀ ਦਾ ਦਿਲ ਕਿਹਨਾਂ ਨੇ ਲਿਖੀ ਹੈ ਕਵਿਤਾ? ਬੱਚਿਓ ਪ੍ਰੋਫੈਸਰ ਮੋਹਨ ਸਿੰਘ ਜੀ ਨੇ। ਕਿਸ ਤਰ੍ਹਾਂ ਦੇ ਭਾਵ ਦੀ ਕਵਿਤਾ ਇਹ? ਦੇਸ਼ ਭਗਤੀ। ਹੰਝੂਆਂ ਵਾਲੀ ਕੌਣ ਹੈ? ਸਿਪਾਹੀ ਦੀ ਪਤਨੀ। ਉਹ ਕਿਉਂ ਰੋ ਰਹੀ ਸੀ? ਕਿਉਂਕਿ ਉਹ ਜੰਗ ਨੂੰ ਚੱਲਿਆ ਸੀ, ਉਸਦਾ ਪਤੀ। ਕਵਿਤਾ ਅਨੁਸਾਰ ਦੇਸ਼ ਉੱਤੇ ਕੀ ਭੀੜ ਪਈ ਸੀ? ਹਮਲਾ ਹੋ ਗਿਆ ਸੀ। ਸਰੂ ਵਰਗੀ ਜਵਾਨੀ ਕਿਸ ਦੀ ਹੈ? ਸਿਪਾਹੀ ਦੀ। ਸਿਪਾਹੀ ਜੰਗ ਵਿੱਚ ਕਿਸ ਤਰ੍ਹਾਂ ਲੜਦੇ ਹਨ? ਜਾਨ ਤਲੀ 'ਤੇ ਧਰ ਕੇ। ਕਵੀ ਕਿਹੜੀਆਂ ਦੋ ਦੇਵੀਆਂ ਨੂੰ ਨਮਸਕਾਰ ਕਰਦਾ ਹੈ? ਤਲਵਾਰ ਅਤੇ ਨਾਰ ਨੂੰ। ਸਿਪਾਹੀ ਅਨੁਸਾਰ ਰੰਗ ਵਿੱਚ ਉਹਨਾਂ ਦੀ ਦੇਵੀ ਕੌਣ ਹੁੰਦੀ ਹੈ? ਨਾਰ। ਸਿਪਾਹੀ ਅਨੁਸਾਰ ਜੰਗ ਵਿੱਚ ਉਹਨਾਂ ਦੀ ਦੇਵੀ ਕੌਣ ਹੁੰਦੀ ਹੈ? ਤਲਵਾਰ। ਸਿਪਾਹੀ ਆਪਣੀ ਮੌਤ ਹੋਣ ਦੀ ਹਾਲਤ ਵਿੱਚ ਆਪਣੀ ਤਲਵਾਰ ਕਿਸ ਦੇ ਹੱਥ ਦੇਣੀ ਚਾਹੁੰਦਾ ਹੈ? ਪੁੱਤਰ ਦੇ। ਸਿਪਾਹੀ ਦਾ ਦਿਲ ਕਵਿਤਾ ਵਿੱਚ ਪੰਜਾਬੀ ਨੌਜਵਾਨ ਦੀ ਕਿਹੜੀ ਭਾਵਨਾ ਨੂੰ ਪ੍ਰਗਟ ਕੀਤਾ ਹੈ? ਦੇਸ਼ ਭਗਤੀ ਦੀ ਭਾਵਨਾ ਨੂੰ। ਸੱਚਮੁੱਚ ਬੱਚਿਓ ਆਪਾਂ ਨੂੰ ਉਹਨਾਂ ਮਹਾਨ ਯੋਧਿਆਂ ਨੂੰ ਨਮਸਕਾਰ ਕਰਨਾ ਚਾਹੀਦਾ ਹੈ ਜਿਨ੍ਹਾਂ ਕਰਕੇ ਅੱਜ ਆਪਾਂ ਸ਼ਾਂਤੀ ਨਾਲ ਸੌਂ ਰਹੇ ਹਾਂ ਅਤੇ ਜੇ ਉਹ ਸਰਹੱਦਾਂ 'ਤੇ ਜਾਗ ਰਹੇ ਹਨ। ਅਤੇ ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚਿਓ।